मैं क्लीयर गल ये कही है भी पित्तल उस बंदे दे भरांगे जिहड़ा जमीन ते साडी वट ते आके खड़ूगा, जमीन खोण दी गल करूगा। जगेंद्र उगराहां दे ढिड च पित्तल भरना पैना पित्तल। जिहड़ी गल मैं कही है भी जिहड़ा जमीन खोण दी गल करूगा ਉਹਦੇ ਭਰਾਂਗੇ ਤੇ ਇਹਦਾ मतलब ਜਗਿੰਦਰ ਸਿੰਘ ਗਰਾਹਾਂ ਇਹ ਗੱਲ ਕਬੂਲ ਗਿਆ। ਤੁਹਾਡੇ ਭਾਸ਼ਣ ਤੇ ਇੰਨਾ ਬੋਲਣਾ ਕੀ ਲੱਗਦਾ ਤੁਹਾਨੂੰ ਵੀ ਕਿਉਂ ਬੋਲਣਾ? ਜਦੋਂ ਕੋਈ ਵੈਗਰੂ ਕਲਾ ਵਰਤਾਉਂਦਾ ਹੈ ਉਦੋਂ ਫਿਰ ਵੱਡਿਆਂ ਵੱਡਿਆਂ ਦੀ ਮੱਤ ਮਾਰ ਦਿੰਦਾ ਹੈ। ਜਗਿੰਦਰ ਸਿੰਘ ਗਰਾਹਾਂ ਦੀ ਮੱਤ ਮਾਰੀ, ਮੈਂ ਕਹਿੰਦਾ ਹੁਣ ਇੱਕ ਵੱਖੀ 'ਚ ਪਿੱਤਲ ਨਹੀਂ, ਉਹਨੇ ਆਪਦੇ ਦਿਮਾਗ 'ਚ ਪਿੱਤਲ ਭਰ ਲਿਆ ਵੀ ਨਾਸਤਾ ਫੈਲਾਉਣੀ ਚਾਹੁੰਦਾ ਭਾਰਤ 'ਚ। ਜੇ ਭਾਰਤ 'ਚ ਨਾਸਤਾ ਫੈਲੂਗੀ ਤਾਂ ਚੀਨ ਵਾਲੇ ਜਿਹੜੇ ਯਕੀਨਨ ਆ ਵੀ ਚੀਨ ਇਹਨਾਂ ਦੀ ਸਪੋਰਟ ਕਰੂਗਾ, ਆਉਣ ਵਾਲੇ ਦਿਨਾਂ 'ਚ ਮਾਹੌਲ ਖਰਾਬ ਕਰੂਗਾ। ਹੁਣ ਤੁਸੀਂ ਕਿਹੜੀ ਵਿਚਾਰਧਾਰਾ ਨੂੰ ਜਿਹੜੀ ਫੋਲੋ ਕਰਦੇ ਹੋ? ਉਹ ਤਾਂ ਲੈਨਨ ਤੇ ਮਾਰਕਸ ਨੂੰ ਕਰਦੇ। ਅਸੀਂ ਹਮੇਸ਼ਾ ਆਪਦੇ ਧਰਮ ਦੇ ਫਲਸਫੇ ਤੇ ਚੱਲਦੇ ਹਾਂ, ਬਾਬੇ ਨਾਨਕ ਦੇ ਫਲਸਫੇ ਤੇ ਚੱਲਦੇ ਹਾਂ। 23 ਜਥੇਬੰਦੀਆਂ ਇਹੋ ਜਿਹੀਆਂ ਆ ਚੁੱਕੀਆਂ ਜਿਹੜੀਆਂ ਦੇ 27 ਜਥੇਬੰਦੀਆਂ ਦੇ ਆਗੂ ਆ ਜਿਹੜੇ ਮਾਰਕਸਵਾਦੀ ਲੈਲਨਵਾਦੀ ਸੋਚ ਦੇ ਆਗੂ ਬਣ ਚੁੱਕੇ ਆ। ਕਿਸਾਨੋਂ ਸੁਚੇਤ ਹੋ ਜਾਓ। ਝੰਡਾ ਸਿੰਘ ਜੇਠੂ ਕੀ ਇਹ ਗੱਲ ਕਹਿੰਦਾ ਵੀ ਹੁਣ ਧਰਨਿਆਂ ਨਾਲ ਨਹੀਂ ਸਰਨਾ, ਇਹ ਤਾਂ ਖੋਣੀ ਪਊਗੀ। ਭਾਈ ਤੁਸੀਂ ਸਮਾਜ 'ਚ ਦਫੇੜ ਪਾਉਣਾ ਚਾਹੁੰਦੇ ਹੋ, ਦੰਗੇ ਕਰਾਉਣਾ ਚਾਹੁੰਦੇ ਹੋ। ਚਾਈਨਾ ਦੇ ਇਸ਼ਾਰੇ ਤੇ ਜਿਹੜੇ ਲੋਕ ਭਾਰਤ ਦੇ ਵਿੱਚ ਲਿਫਟ ਦੇ ਕੰਮ ਕਰਦੇ ਆ ਤੇ ਉਹ ਹਮੇਸ਼ਾ ਗੱਲ ਕਰਦੇ ਆ ਵੀ ਜ਼ਮੀਨ ਆ ਜਿਹੜੀ ਖੋਹ ਕੇ ਕਿਸਾਨਾਂ ਤੋਂ ਇਹਦਾ ਪਬਲਿਕ ਬੋਰਡ ਬਣਾਇਆ ਜਾਵੇ ਤੇ ਜਿਹੜੇ ਕਿਸਾਨ ਆ ਬਰਾਬਰ ਦੀ ਲੇਬਰ ਕਰਨ, ਬਰਾਬਰ ਦੀ ਜਿਹੜੀ ਜ਼ਮੀਨ ਆ ਜਾਂ ਬਰਾਬਰ ਜ਼ਮੀਨ ਦੀ ਵੰਡ ਹੋਵੇ। ਉਹ ਫਿਰ ਸਾਡਾ ਸੁਭਾਵਿਕ ਆ ਵੀ ਜਿਹੜਾ ਜ਼ਮੀਨ ਖੋਹਣ ਦੀ ਗੱਲ ਕਰੂਗਾ ਉਹਦੇ 'ਤੇ ਇਹ ਅਸੀਂ ਬੋਲ ਸਕਦੇ ਹਾਂ। ਜਗਿੰਦਰ ਸਿੰਘ ਗਰਾਹਾਂ ਇਹ ਗੱਲ ਕਬੂਲ ਗਿਆ ਵੀ ਅਸੀਂ ਲੋਕਾਂ 'ਚ ਫੁੱਟ ਪਾਉਣ ਦਾ ਕੰਮ ਕਰਦੇ ਹਾਂ। ਤਾਂ ਜਦੋਂ ਯਾਰ ਤੁਸੀਂ ਗੱਲ ਹੀ ਪਵਾੜਾ ਪਾਉਣ ਦੀ ਕਰਨੀ ਆ, ਇਹਦਾ ਮਤਲਬ ਆ ਵੀ ਸੱਚ ਜਿਹੜਾ ਚੁੱਭਦਾ 2 ਨੰਬਰ ਦੀ ਪ੍ਰਾਪਰਟੀ ਆ ਉਹਨਾਂ ਤੋਂ ਖੋਹਣ ਦੀ ਗੱਲ ਤਾਂ ਕਰੋ। ਇਹ ਤਾਂ ਗੱਲ ਕਰਦੇ ਆ ਜਦੋਂ ਤਾਂ ਸਟੇਜ ਤੋਂ ਬੋਲਦੇ ਆ ਉਦੋਂ ਤਾਂ ਕਹਿੰਦੇ ਵੱਡੇ ਧਨਾੜਾਂ ਤੋਂ ਖੋਵਾਂਗੇ, ਜਦੋਂ ਅੰਦਰ ਬੈਠ ਕੇ ਗੱਲ ਕਰਦੇ ਆ ਉਦੋਂ ਕਹਿੰਦੇ ਜੀ 3 ਕਿੱਲੇ ਤੋਂ ਉੱਪਰ ਵਾਲਾ ਧਨਾੜ ਆ। ਜਗਿੰਦਰ ਸਿੰਘ ਗਰਾਹਾਂ ਨੇ ਕਦੇ ਵੀ ਸਮੁੱਚਾ ਕਰਜ਼ਾ ਖਤਮ ਕਰਨ ਦੀ ਗੱਲ ਨਹੀਂ ਕੀਤੀ। ਵਖਰੇਵਾਂ ਤਾਂ ਹੈ ਨਾ। ਜਗਿੰਦਰ ਸਿੰਘ ਗਰਾਹਾਂ ਇੱਕ ਵੀ ਆਪਦਾ ਸਾਨੂੰ ਧਰਨਾ ਵਿਖਾਵੇ ਜਿਹੜਾ ਇਹਨੇ MSP ਦੀ ਮੰਗ ਨੂੰ ਲੈ ਕੇ ਲਾਇਆ ਹੋਵੇ। ਬੰਦਾ ਸਿੰਘ ਬਹਾਦਰ ਨੇ ਵੀ ਜ਼ਮੀਨਾਂ ਵੱਡਿਆਂ ਜ਼ਗੀਰਦਾਰਾਂ ਤੋਂ ਖੋਹ ਕੇ ਹਲਵਾਕਾਂ ਨੂੰ ਦਿੱਤੀਆਂ ਸੀਗੀਆਂ ਵੀ ਜਿਹੜੇ ਆਮ ਸਭ ਨਾਲ ਬਰਾਬਰਤਾ ਦੀ ਵੰਡ ਕੀਤੀ ਸੀ। ਉਹਨਾਂ ਦਾ ਹੀ ਫਲਸਫਾ ਇਸ ਤਰੀਕੇ ਦਾ ਹੀ ਸੀ। ਤੁਸੀਂ ਅੰਦਾਜ਼ਾ ਲਾਓ ਪਬਲਿਕ ਆ ਜਿੰਨੀ ਦੇਸ਼ ਦੀ ਤੇ ਉਹਦੇ ਮੁਤਾਬਕ ਜੇ ਬਰਾਬਰ ਵੰਡ ਹੋਗੀ ਤਾਂ ਮੈਨੂੰ ਲੱਗਦਾ ਕਿਸੇ ਤੋਂ ਵਾਹੀ ਵੀ ਨਹੀਂ ਜਾਣੀ। 2-2 ਕਨਾਲਾਂ ਜਿਹੜੀ ਆਊਗੀ ਕਨਾਲ ਉਹਨਾਂ ਨੇ ਖੋਈ ਸੀ ਜ਼ਮੀਨ, ਉਹਨਾਂ ਲੋਕਾਂ ਤੋਂ ਖੋਈ ਸੀ ਜਿਨ੍ਹਾਂ ਨੇ ਹਲਵਾਕਾਂ ਤੋਂ ਖੋਹ ਕੇ ਨਜਾਇਜ਼ ਕਬਜ਼ੇ ਕੀਤੇ ਸੀ। ਤੇ ਅੱਜ ਦੇ ਕਿਸਾਨ ਨੇ ਕਿਸੇ ਦੇ ਕਬਜ਼ਾ ਕੀਤਾ ਤਾਂ ਅਸੀਂ ਵੀ ਕਹਿ ਦਾਂਗੇ ਜਗਿੰਦਰ ਸਿੰਘ ਗਰਾਹਾਂ ਆ ਕੇ ਖੋਲਾ ਜੇ ਕਿਸੇ ਗਰੀਬ ਦੀ ਖੋਈ ਹੈ ਤਾਂ ਕਿਸੇ ਨੇ। ਇਹਨਾਂ ਨੂੰ ਤਾਂ 7 ਕਿੱਲਿਆਂ ਵਾਲਾ ਵੀ ਜਗੀਰ ਦੱਸਦਾ ਤੇ ਇਹਨਾਂ ਨੂੰ 10 ਕਿੱਲਿਆਂ ਵਾਲਾ ਬਾਦਲ ਕੇ ਵੀ ਦਿਸਦੇ ਆ। ਗੱਲ 'ਚ ਫਰਕ ਆ ਨਾ। ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਲੱਗਿਆ ਉੱਥੇ। ਇਹ ਕਿਸਾਨ ਮਜ਼ਦੂਰਾਂ ਦੇ ਲਈ ਕਿਉਂ ਨਹੀਂ ਸੰਘਰਸ਼ ਕਰਦੀ, ਸਿਰਫ ਕਿਸਾਨਾਂ ਲਈ ਕਿਉਂ ਕਰਦੀ? ਅੱਜ ਤੱਕ ਇਹਨਾਂ ਨੇ ਫਸਲਾਂ ਦੇ ਭਾਅ ਕਿਉਂ ਨਹੀਂ ਮੰਗੇ? ਅੱਜ ਤੱਕ ਇਹਨਾਂ ਨੇ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਦੀ ਮੰਗ ਨਹੀਂ ਕੀਤੀ। MSP ਦੇ ਗਰੰਟੀ ਵਾਸਤੇ ਲੋਕ ਖੜੇ ਨਹੀਂ, ਉੱਥੋਂ ਭੱਜ ਕੇ ਆਏ ਆ। ਮਾਰਕਸਵਾਦੀ ਸੋਚ ਆ ਜਿਹੜੀ ਲੈਲਨਵਾਦੀ ਸੋਚ ਆ ਉਹਦਾ ਇੱਕ ਪਾਰਟ ਆ ਜਗਿੰਦਰ ਗਰਾਹਾਂ। ਮਾਹੌਲ ਤਾਂ ਇੱਕ ਇਹ ਵੀ ਕਿਹਾ ਜਾਂਦਾ ਕਿ ਜਿਵੇਂ ਹੁਣ ਤੁਸੀਂ ਮੰਨ ਲਓ ਕੱਲ੍ਹ ਨੂੰ ਖਾਲਿਸਤਾਨ ਦੀ ਲਹਿਰੀ ਵੱਡੀ ਹੋ ਜਾਂਦੀ ਹੈ ਤਾਂ ਤੁਸੀਂ ਉੱਧਰ ਸਪੋਰਟ ਕਰੋਗੇ? ਵੇਖੋ ਸਾਡੀ ਮੂਵਮੈਂਟ ਆ ਜਿਹੜੀ ਸਾਡੀ ਨਰੋਲ ਕਿਸਾਨੀ ਦੀ ਲੜਾਈ ਲੜ ਰਹੇ, ਆਰਥਿਕਤਾ ਦੀ ਲੜਾਈ ਲੜਦੇ ਆ। ਜੋ ਧਰਮ ਤੁਸੀਂ ਕਹੇ ਪਹਿਲਾਂ ਧਰਮ ਹੈ ਨਹੀਂ, ਧਰਮ ਪਹਿਲਾਂ ਹੈ। ਜ਼ਮੀਨ ਸਾਡੀ ਮਾਂ, ਇਹਦੇ ਵਾਸਤੇ ਖੂਨ ਅਸੀਂ ਕਰ ਵੀ ਸਕਦੇ ਹਾਂ, ਖੂਨ ਆਪਦਾ ਵਹਾ ਵੀ ਸਕਦੇ ਹਾਂ, ਮਰ ਵੀ ਸਕਦੇ ਹਾਂ ਤੇ ਮਾਰ ਵੀ ਸਕਦੇ ਹਾਂ। ਦੋਸਤੋ ਪਿਛਲੇ ਦਿਨਾਂ ਦਾ ਇੱਕ ਵਿਵਾਦ ਚੱਲਿਆ ਹੋਇਆ, ਉਹ ਵਿਵਾਦ ਚੱਲਿਆ ਹੋਇਆ ਪ੍ਰਧਾਨ ਜਗਿੰਦਰ ਸਿੰਘ ਗਰਾਹਾਂ ਦੇ ਬਿਆਨ ਤੋਂ ਬਾਅਦ। ਉਹ ਇੱਕ ਬਿਆਨ ਦਿੰਦੇ ਆ ਸਟੇਜ ਤੇ ਖੜ ਕੇ। ਉਹ ਕਹਿੰਦੇ ਆ ਕਿ ਆ ਖੜੇ ਆ ਅਸੀਂ, ਸਾਡੇ ਕਈ ਲੋਕ ਪਿੱਤਲ ਭਰਨ ਨੂੰ ਫਿਰਦੇ ਆ, ਆਹ ਹਿੱਸਾ ਅਸੀਂ ਪਿੱਤਲ ਭਰਨ ਲਈ ਖਾਲੀ ਰੱਖਿਆ ਹੋਇਆ, ਭਰ ਲਓ ਜਿਹਨੇ ਪਿੱਤਲ ਭਰਨਾ। ਉਹ ਬਿਆਨ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਬੜਾ ਜੇ ਕਹਿ ਲਈਏ ਭੰਬਲ ਭੂਸਾ ਪੈਦਾ ਹੋਇਆ ਕਿ ਇਹ ਬਿਆਨ ਦਿੱਤਾ ਕਿਹਨੇ ਹੈ। ਕਿਸੇ ਨੇ ਬਿਆਨ ਸੁਣਿਆ ਨਹੀਂ ਸੀ, ਨਾ ਤਾਂ ਕਿਸੇ ਖਾਲਿਸਤਾਨ ਨਾਲ ਸੰਬੰਧਿਤ ਕਿਸੇ ਵਿਅਕਤੀ ਨੇ ਦਿੱਤਾ ਹੈ, ਨਾ ਕਿਸੇ ਹੋਰ ਸਿੱਖ ਜਥੇਬੰਦੀ ਦੇ ਆਗੂ ਨੇ ਦਿੱਤਾ ਸੀ। ਫਿਰ ਇਹ ਬਿਆਨ ਆਇਆ ਕਿਸ ਦਾ ਸੀ? ਕਿਉਂ ਜਗਿੰਦਰ ਸਿੰਘ ਗਰਾਹਾਂ ਇਸ ਵਿਸ਼ੇ 'ਤੇ ਬੋਲੇ ਹੈ? ਕਿਉਂ ਉਹਨਾਂ ਨੇ ਕਿਹਾ ਕਿ ਪਿੱਤਲ ਭਰਨ ਨੂੰ ਫਿਰਦੇ ਆ? ਹੁਣ ਇਹ ਪਤਾ ਲੱਗਿਆ ਕਿ ਇਸ ਤਰੀਕੇ ਦਾ ਬਿਆਨ ਦਿੱਤਾ ਸੀ ਨਿਰਮਲ ਸਿੰਘ ਜੱਸਿਆਣਾ ਨੇ, ਜੋ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਨੇ। ਉਹਨਾਂ ਨੇ ਅਜਿਹਾ ਬਿਆਨ ਕਿਉਂ ਦਿੱਤਾ, ਕੀ ਗੱਲਬਾਤ ਹੈ, ਇਹਦੇ ਪਿੱਛੇ ਗੱਲਬਾਤ ਕਰਾਂਗੇ। ਬਾਈ ਦਾ ਪਹਿਲਾਂ ਸਵਾਗਤ ਕਰ ਲਈਏ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਕਿਉਂ ਜਗਿੰਦਰ ਸਿੰਘ ਗਰਾਹਾਂ ਦੇ ਪਿੱਤਲ ਭਰਨ ਨੂੰ ਫਿਰਦੇ ਹੋ ਤੁਸੀਂ? ਝੰਡਾ ਸਿੰਘ ਜੇਠੂ ਕੇ ਜਗਿੰਦਰ ਸਿੰਘ ਗਰਾਹਾਂ? ਵੇਖੋ ਸਾਡੀ ਮੂਵਮੈਂਟ ਆ ਜਿਹੜੀ ਸਾਡੀ ਨਰੋਲ ਕਿਸਾਨੀ ਦੀ ਲੜਾਈ ਲੜ ਰਹੇ, ਆਰਥਿਕਤਾ ਦੀ ਲੜਾਈ ਲੜਦੇ ਆ। 20 ਸਾਡੀ
ਕਲੀਅਰ ਕੱਟ ਮੈਂ ਨਹੀਂ ਕਿਹਾ ਵੀ ਜੋਗਿੰਦਰ ਸਿੰਘ ਗਰਾਹਾ ਦੇ ਪਿੱਤਲ ਭਰਾਂਗੇ। ਮੈਂ ਕਲੀਅਰ ਗੱਲ ਇਹ ਕਹੀ ਹੈ ਵੀ ਪਿੱਤਲ ਉਸ ਬੰਦੇ ਦੇ ਭਰਾਂਗੇ ਜਿਹੜਾ ਜ਼ਮੀਨ ਤੇ ਸਾਡੀ ਵੱਟ ਤੇ ਆ ਕੇ ਖੜੂਗਾ, ਜ਼ਮੀਨ ਖੋਹਣ ਦੀ ਗੱਲ ਕਰੂਗਾ। ਜਿਹੜੇ ਜ਼ਮੀਨ ਖੋਹਣ ਦੀ ਗੱਲ ਕਰਦੇ ਆ ਕਲੀਅਰ ਆ ਵੀ ਉਹਨਾਂ ਦਾ ਆਖਰੀ ਹੱਲ ਇਹੀ ਹੈ। ਸਾਡੇ ਪਾਤਸ਼ਾਹ ਨੇ ਸਾਨੂੰ ਦੱਸਿਆ ਵੀ ਜਦੋਂ ਸਾਰੇ ਹੀਲੇ ਖਤਮ ਹੋ ਜਾਣ ਉਦੋਂ ਜਿਹੜਾ ਹੱਥ ਆ ਤੁਹਾਡਾ ਸ਼ਮਸ਼ੀਰ ਤੇ ਜਾਣਾ ਚਾਹੀਦਾ। ਤੇ ਮੈਂ ਤਾਂ ਉਹ ਆਪਦੇ ਫਲਸਫੇ ਦੀ ਗੱਲ ਕੀਤੀ ਹੈ ਵੀ ਸਾਡੇ ਕੋਲੇ ਆਖਰੀ ਹਥਿਆਰ ਆ ਜਿਹੜਾ ਸਾਡੇ ਕੋਲੇ ਸ਼ਮਸ਼ੀਰ ਹੈ, ਤੇ ਜਦੋਂ ਸਾਰੇ ਹੀਲੇ ਮੁੱਕ ਜਾਣ ਉਹਨੂੰ ਹੱਥ ਪਾ ਲੈਣਾ ਚਾਹੀਦਾ। ਤੇ ਜਿਹੜਾ ਸਾਡੀ ਜ਼ਮੀਨ ਖੋਹਣ ਦੀ ਗੱਲ ਕਰੂਗਾ ਉਹਦੇ ਵਾਸਤੇ ਉਹ ਵਰਤਣਾ ਸਾਡੇ ਲਈ ਕੋਈ ਨੁਕਸਾਨਦੇਹ ਨਹੀਂ ਹੋਊਗਾ, ਫਾਇਦੇਮੰਦ ਹੀ ਹੋਊਗਾ। ਕੌਣ ਜ਼ਮੀਨ ਖਾਣ ਨੂੰ ਫਿਰਦਾ? ਵੇਖੋ ਵਰਲਡ ਲੈਵਲ ਤੇ ਦੋ ਇੱਕ ਵੱਡੀਆਂ ਤਾਕਤਾਂ ਹੈ, ਠੀਕ ਹੈ, ਇੱਕ ਲਿਫਟ ਵਾਲੇ ਇੱਕ ਰਾਈਟ ਵਾਲੇ ਆ। ਠੀਕ ਹੈ। ਤਾਂ ਤੁਸੀਂ ਵੇਖਿਆ ਹੋਣਾ ਰਾਈਟ ਦੇ ਖਿਲਾਫ ਅਸੀਂ ਲੜ ਕੇ ਆਏ ਹਾਂ। ਅਸੀਂ ਕੋਆਪਰੇਟ ਦੇ ਖਿਲਾਫ ਬਹੁਤ ਵੱਡਾ ਅੰਦੋਲਨ ਲੜਿਆ। ਉਹ ਅੰਦੋਲਨ 'ਚ ਕੋਆਪਰੇਟ ਨੂੰ ਇੱਕ ਕਦਮ ਪਿੱਛੇ ਵੀ ਹਟਣਾ ਪਿਆ। ਤੇ ਦੂਜੇ ਪਾਸੇ ਹੈਗੇ ਲਿਫਟ ਵਾਲੇ ਜਿਨ੍ਹਾਂ ਦਾ ਤੁਸੀਂ ਵੇਖਿਆ ਹੋਣਾ, ਜਿਨ੍ਹਾਂ ਨੇ ਚਾਈਨਾ ਤੋੜ ਕੇ ਦੂਜਾ ਰੂਸ ਤੋੜ ਕੇ ਕਈ ਮੁਲਕ ਬਣਾਏ। ਚਾਈਨਾ 'ਚ ਜਿਨ੍ਹਾਂ ਨੇ ਕਿਸਾਨਾਂ ਤੋਂ ਜ਼ਮੀਨ ਖੋਈ, ਪਬਲਿਕ ਬੋਰਡ ਬਣਾ ਕੇ ਸਰਕਾਰੂ ਬਣਾਈ। ਤਾਂ ਚਾਈਨਾ ਦੇ ਇਸ਼ਾਰੇ ਤੇ ਜਿਹੜੇ ਲੋਕ ਭਾਰਤ ਦੇ ਵਿੱਚ ਲਿਫਟ ਦੇ ਕੰਮ ਕਰਦੇ ਆ ਤੇ ਉਹ ਹਮੇਸ਼ਾ ਗੱਲ ਕਰਦੇ ਆ ਵੀ ਜ਼ਮੀਨ ਆ ਜਿਹੜੀ ਖੋਹ ਕੇ ਕਿਸਾਨਾਂ ਤੋਂ ਇਹਦਾ ਪਬਲਿਕ ਬੋਰਡ ਬਣਾਇਆ ਜਾਵੇ ਤੇ ਜਿਹੜੇ ਕਿਸਾਨ ਆ ਬਰਾਬਰ ਦੀ ਲੇਬਰ ਕਰਨ, ਬਰਾਬਰ ਦੀ ਜਿਹੜੀ ਜ਼ਮੀਨ ਆ ਜਾਂ ਬਰਾਬਰ ਜ਼ਮੀਨ ਦੀ ਵੰਡ ਹੋਵੇ। ਤੇ ਤੁਸੀਂ ਅੰਦਾਜ਼ਾ ਲਾਓ ਪਬਲਿਕ ਆ ਜਿੰਨੀ ਦੇਸ਼ ਦੀ ਤੇ ਉਹਦੇ ਮੁਤਾਬਕ ਜੇ ਬਰਾਬਰ ਵੰਡ ਹੋਗੀ ਤਾਂ ਮੈਨੂੰ ਲੱਗਦਾ ਕਿਸੇ ਤੋਂ ਵਾਹੀ ਵੀ ਨਹੀਂ ਜਾਣੀ। ਦੋ ਕਨਾਲਾਂ ਜਿਹੜੀ ਆਊਗੀ ਕਨਾਲ ਉਹ ਤਾਂ ਕਿਸੇ ਤੋਂ ਵਾਹੀ ਵੀ ਨਹੀਂ ਜਾਣੀ। ਤਾਂ ਇਹ ਜਦੋਂ ਗੱਲ ਕਰਦੇ ਆ ਤਾਂ ਫਿਰ ਉਹਦੇ 'ਚ ਸੁਭਾਵਿਕ ਹੈ ਜੇ ਕੋਈ ਸਾਡੀ ਜ਼ਮੀਨ ਖੋਹਣ ਦੀ ਗੱਲ ਕਰੂਗਾ ਤਾਂ ਸੁਭਾਵਿਕ ਆ ਸਾਡੇ ਬਲੱਡ 'ਚ ਇਹ ਹੈ ਵੀ ਅਸੀਂ ਸਾਡਾ ਇਤਿਹਾਸ ਹੈ। ਜਦੋਂ ਵੀ ਕਿਸੇ ਨੇ ਪੰਜਾਬ ਤੇ ਚੜ੍ਹਾਈ ਕੀਤੀ ਹੈ, ਜਦੋਂ ਵੀ ਕਿਸੇ ਨੇ ਪੰਜਾਬ ਤੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਆ, ਅਸੀਂ ਹਮੇਸ਼ਾ ਛਾਤੀ ਡਾਹ ਕੇ ਖੜੇ ਹਾਂ। ਚਾਹੇ ਸਾਨੂੰ ਜਾਨ ਲੈਣੀ ਪਵੇ ਚਾਹੇ ਦੇਣੀ ਪਵੇ, ਅਸੀਂ ਕਦੇ ਪਿੱਛੇ ਨਹੀਂ ਹਟੇ। ਉਹ ਫਿਰ ਸਾਡਾ ਸੁਭਾਵਿਕ ਆ ਵੀ ਜਿਹੜਾ ਜ਼ਮੀਨ ਖੋਹਣ ਦੀ ਗੱਲ ਕਰੂਗਾ ਉਹਦੇ ਤੇ ਇਹ ਅਸੀਂ ਬੋਲ ਸਕਦੇ ਹਾਂ। ਉਹ ਸਪੀਚ ਤੁਸੀਂ ਜੋਗਿੰਦਰ ਸਿੰਘ ਗਰਾਹਾਂ ਦਾ ਨਾਮ ਵੀ ਲਿਆ, ਉਹ ਕਿਉਂ ਲਿਆਗਾ? ਵੇਖੋ ਜੋਗਿੰਦਰ ਸਿੰਘ ਗਰਾਹਾ ਨੇ ਤੇ ਜਿਹੜਾ ਇਹਨਾਂ ਦਾ ਅਸਲ ਝੰਡਾ ਸਿੰਘ ਜੇਠੂ ਕੇ ਜਿਹੜਾ ਇਹਨੇ ਇੱਕ ਆਪਦੀ ਸਪੀਚ ਦੇ ਵਿੱਚ 31 ਦੇ ਧਰਨੇ ਦੇ ਵਿੱਚ ਬੋਲਿਆ ਵੀ ਭਰਾਵੋ ਹੁਣ ਧਰਨਿਆਂ ਨਾਲ ਨਹੀਂ ਸਰਨਾ, ਇਹ ਤਾਂ ਖੋਹਣੀ ਪਊ। ਜਾਂ ਤਾਂ ਕਲੀਅਰ ਕੱਟ ਕਹਿ ਦੇਣਾ ਸੀ 200 ਕਿੱਲੇ ਤੋਂ ਉੱਪਰ ਵਾਲੇ ਦੀ ਖੋਹਣੀ ਆ, ਜਾਂ ਜਿਨ੍ਹਾਂ ਨੇ ਜ਼ਮੀਨ ਧੱਕੇ ਨਾਲ ਖੋਈ ਹੈ ਆਮ ਲੋਕਾਂ ਤੋਂ ਜਾਂ ਪਬਲਿਕ ਦੇ ਟੈਕਸ ਨਾਲ, ਜਿਵੇਂ ਮੰਤਰੀ ਹੋ ਗਏ ਉਹਨਾਂ ਦੀ ਪਬਲਿਕ ਦੇ ਟੈਕਸ ਨਾਲ ਜ਼ਮੀਨਾਂ ਬਣਾਈਆਂ, 2 ਨੰਬਰ ਦੀ ਪ੍ਰਾਪਰਟੀ ਆ, ਉਹਨਾਂ ਤੋਂ ਖੋਹਣ ਦੀ ਗੱਲ ਤਾਂ ਕਰੋ। ਇਹ ਤਾਂ ਗੱਲ ਕਰਦੇ ਆ ਜਦੋਂ ਤਾਂ ਸਟੇਜ ਤੋਂ ਬੋਲਦੇ ਆ ਉਦੋਂ ਤਾਂ ਕਹਿੰਦੇ ਵੱਡੇ ਧਨਾੜਾਂ ਤੋਂ ਖੋਵਾਂਗੇ, ਜਦੋਂ ਅੰਦਰ ਬੈਠ ਕੇ ਗੱਲ ਕਰਦੇ ਆ ਉਦੋਂ ਕਹਿੰਦੇ ਜੀ 3 ਕਿੱਲੇ ਤੋਂ ਉੱਪਰ ਵਾਲਾ ਧਨਾੜ ਆ। ਜਿਹੜੀ ਗੱਲ ਕਰਦੇ 3 ਕਿੱਲੇ ਤੋਂ ਉੱਪਰ ਵਾਲੇ ਧਨਾੜ ਗਿਣਦੇ, ਇਹ ਪਿੰਡਾਂ ਦੇ ਵਿੱਚ ਵੰਡੀ ਪਾਉਣ ਦੀ ਗੱਲ ਕਰਦੇ ਆ। ਜੇ ਕਿਤੇ ਸਰਕਾਰ ਨਾਲ ਮੀਟਿੰਗ ਹੁੰਦੀ ਆ ਉਹਦੇ 'ਚ ਵੀ ਇਹ ਗੱਲ ਰੱਖਦੇ ਆ। ਜਿਵੇਂ ਪਿੱਛੇ ਕੈਪਟਨ ਸਾਹਿਬ ਨਾਲ ਮੀਟਿੰਗ ਹੋਈ ਸੀ 18 ਜਥੇਬੰਦੀਆਂ ਦੀ, 18 ਜਥੇਬੰਦੀਆਂ ਦੇ ਵਿੱਚੋਂ 13 ਜਥੇਬੰਦੀਆਂ ਲਿਖ ਆਈਆਂ ਜੀ ਜਿਹੜਾ ਕਰਜ਼ਾ 3 ਏਕੜ ਤੋਂ ਥੱਲੇ ਦਾ ਖਤਮ ਹੋ ਜਾਣਾ ਚਾਹੀਦਾ, ਬਾਕੀ ਤਾਂ ਜਿਹੜੇ ਆ ਭਰਨ ਯੋਗ ਆ। ਤੇ ਤੋਂ ਕਲੀਅਰ ਹੋ ਜਾਂਦਾ ਵੀ 3 ਏਕੜ ਤੋਂ ਉੱਪਰ ਵਾਲਿਆਂ ਦੀ ਜਿਹੜੀ ਜੋਗਿੰਦਰ ਸਿੰਘ ਗਰਾਹਾ ਵਰਗੇ ਵਿਰੋਧਤਾ ਕਰਦੇ ਆ, ਜਿਹੜੇ ਕਾਮਰੇਡ ਜਥੇਬੰਦੀਆਂ ਵਿਰੋਧਤਾ ਕਰਦੀਆਂ। ਤਾਂ ਸੁਭਾਵਿਕ ਹੈ ਵੀ ਜਦੋਂ ਇਹ ਲੋਕ ਸਾਡੇ ਵਿਰੋਧਤਾ ਦੀ ਗੱਲ ਕਰਨਗੇ ਤਾਂ ਅਸੀਂ ਤਾਂ ਉਹਦਾ ਜੋਗਿੰਦਰ ਸਿੰਘ ਗਰਾਹਾ ਦਾ ਨਾਂ ਨਹੀਂ ਲਿਆ ਵੀ ਤੇਰੇ ਭਰਾਂਗੇ। ਅਸੀਂ ਤਾਂ ਇਹ ਕਿਹਾ ਵੀ ਜਿਹੜਾ ਜ਼ਮੀਨ ਖੋਹਣ ਦੀ ਗੱਲ ਕਰੂ ਉਹਦੇ ਭਰਾਂਗੇ, ਪਰ ਇਹ ਆਪਦਾ ਨਾਂ ਆਪ ਜ਼ਿੰਮੇਵਾਰ ਹੋਈ ਜਾਂਦੇ ਆ ਤਾਂ ਫਿਰ ਇਹਦਾ ਮਤਲਬ ਇਹਨਾਂ ਨੇ ਕਬੂਲ ਲਿਆ। ਜਿਹੜੀ ਗੱਲ ਮੈਂ ਕਹੀ ਆ ਵੀ ਜਿਹੜਾ ਜ਼ਮੀਨ ਖੋਹਣ ਦੀ ਗੱਲ ਕਰੂਗਾ ਉਹਦੇ ਭਰਾਂਗੇ, ਤੇ ਇਹਦਾ ਮਤਲਬ ਜੋਗਿੰਦਰ ਸਿੰਘ ਗਰਾਹਾ ਇਹ ਗੱਲ ਕਬੂਲ ਗਿਆ ਵੀ ਅਸੀਂ ਲੋਕਾਂ 'ਚ ਫੁੱਟ ਪਾਉਣ ਦਾ ਕੰਮ ਕਰਦੇ ਹਾਂ। ਅਸੀਂ ਉਸ ਮਾਰਕਸਵਾਦੀ ਲੈ ਲੈਣਵਾਦੀ ਸੋਚ ਤੇ ਚੱਲਦੇ ਹਾਂ ਜਿਹੜੀ ਜ਼ਮੀਨ ਨੂੰ ਖੋਹ ਕੇ ਪਬਲਿਕ ਬੋਰਡ ਬਣਾਉਣ ਦੀ ਗੱਲ ਕਰਦੇ ਆ। ਤੁਸੀਂ ਇਹ ਕਹਿੰਦੇ ਅੱਛਾ, ਇੱਕ ਗੱਲ ਇੱਥੇ ਇਹ ਵੀ ਆਉਂਦੀ ਹੈ, ਬੰਦਾ ਸਿੰਘ ਬਹਾਦਰ ਨੇ ਵੀ ਜ਼ਮੀਨਾਂ ਵੱਡਿਆਂ ਜ਼ਗੀਰਦਾਰਾਂ ਤੋਂ ਖੋਹ ਕੇ ਹਲਵਾਕਾਂ ਨੂੰ ਦਿੱਤੀਆਂ ਸੀਗੀਆਂ ਵੀ ਜਿਹੜੇ ਆਮ ਸਭ ਨਾਲ ਬਰਾਬਰਤਾ ਦੀ ਵੰਡ ਕੀਤੀ ਸੀ। ਉਹਨਾਂ ਦਾ ਹੀ ਫਲਸਫਾ ਇਸ ਤਰੀਕੇ ਦਾ ਹੀ ਸੀ। ਵੇਖੋ ਜਿਹੜੇ ਉਹ ਹਾਲਾਤ ਸੀ, ਉਹ ਵੱਡੇ ਜ਼ਗੀਰਦਾਰ, ਉਹ ਗੱਲ ਕੀ ਆ ਵੀ ਵੱਡੇ ਚੌਧਰੀਆਂ ਕੋਲੇ ਜ਼ਮੀਨ ਸੀ, ਉਹ ਧੱਕੇ ਨਾਲ ਹੀ ਹਲਵਾਕਾਂ ਤੋਂ ਖੋਈ ਸੀ ਤੇ ਹਲਵਾਕਾਂ ਨੇ ਵਾਪਸ ਲਈ ਹੈ। ਬੰਦਾ ਸਿੰਘ ਬਹਾਦਰ ਨੇ ਉਹਨੂੰ ਵਾਪਸ ਦਿੱਤੀ ਹੈ ਜ਼ਗੀਰਦਾਰਾਂ ਤੋਂ ਖੋਹ ਕੇ। ਇਹਦਾ ਮਤਲਬ ਇਹ ਨਹੀਂ ਵੀ 10 ਕਿੱਲਿਆਂ ਵਾਲਾ ਜ਼ਗੀਰਦਾਰ ਆ, ਇਹਨਾਂ ਨੂੰ ਤਾਂ 7 ਕਿੱਲਿਆਂ ਵਾਲਾ ਵੀ ਜ਼ਗੀਰਦਾਰ ਦੱਸਦਾ ਤੇ ਇਹਨਾਂ ਨੂੰ 10 ਕਿੱਲਿਆਂ ਵਾਲਾ ਬਾਦਲ ਕੇ ਵੀ ਦਿਸਦੇ ਆ। ਗੱਲ 'ਚ ਫਰਕ ਹੈ ਨਾ। ਉਹਨਾਂ ਨੇ ਖੋਈ ਸੀ ਜ਼ਮੀਨ, ਉਹਨਾਂ ਲੋਕਾਂ ਤੋਂ ਖੋਈ ਸੀ ਜਿਨ੍ਹਾਂ ਨੇ ਹਲਵਾਕਾਂ ਤੋਂ ਖੋਹ ਕੇ ਨਜਾਇਜ਼ ਕਬਜ਼ੇ ਕੀਤੇ ਸੀ। ਤੇ ਅੱਜ ਦੇ ਕਿਸਾਨ ਨੇ ਕਿਸੇ ਦੇ ਕਬਜ਼ਾ ਕੀਤਾ ਤਾਂ ਅਸੀਂ ਵੀ ਕਹਿ ਦਾਂਗੇ ਜੋਗਿੰਦਰ ਸਿੰਘ ਗਰਾਹਾ ਆ ਕੇ ਖੋਲਾ। ਜੇ ਕਿਸੇ ਗਰੀਬ ਦੀ ਖੋਈ ਹੈ ਤਾਂ ਕਿਸੇ ਨੇ, ਅਗਲਿਆਂ ਨੇ ਜਿਹੜੀ ਜ਼ਮੀਨ ਸਾਡੇ ਕੋਲ ਆ, ਸਾਡੇ ਕੋਲੇ ਪਿਛਲੀਆਂ ਪੁਸਤਾਂ ਤੋਂ ਚੱਲਦੀ ਆ ਰਹੀ ਆ, ਹਰ ਰੋਜ਼ ਜ਼ਮੀਨ ਸਗੋਂ ਘਟ ਰਹੀ ਹੈ, ਵੱਧ ਕਿਸੇ ਦੀ ਨਹੀਂ ਰਹੀ, ਘਟ ਰਹੀ ਹੈ। ਤਾਂ ਅਸੀਂ ਤਾਂ ਅੱਗੇ ਹੀ ਜ਼ਮੀਨ ਜਿਹੜੇ ਜਿੰਨਿਆਂ ਕੋਲੇ ਜ਼ਮੀਨ ਆ, ਅਸੀਂ ਕਰਜ਼ੇ ਦੀ ਲਪੇਟ ਥੱਲੇ ਆ। ਜੋਗਿੰਦਰ ਸਿੰਘ ਗਰਾਹਾ ਨੇ ਕਦੇ ਵੀ ਸਮੁੱਚਾ ਕਰਜ਼ਾ ਖਤਮ ਕਰਨ ਦੀ ਗੱਲ ਨਹੀਂ ਕੀਤੀ। ਵਖਰੇਵਾਂ ਤਾਂ ਹੈ ਨਾ, ਸਮੁੱਚੇ ਕਰਜ਼ੇ ਦੀ ਨਹੀਂ ਗੱਲ ਕੀਤੀ। ਜੋਗਿੰਦਰ ਸਿੰਘ ਗਰਾਹਾ ਇੱਕ ਵੀ ਆਪਦਾ ਸਾਨੂੰ ਧਰਨਾ ਵਿਖਾਵੇ ਜਿਹੜਾ ਇਹਨੇ MSP ਦੀ ਮੰਗ ਨੂੰ ਲੈ ਕੇ ਲਾਇਆ ਹੋਵੇ। ਜੋਗਿੰਦਰ ਗਰਾਹਾ ਇੱਕ ਵੀ ਆਪਦੀ ਸਟੇਜ ਉਹੋ ਜੀ ਆਪਦਾ ਭਾਸ਼ਣ ਕੱਢ ਕੇ ਸਾਹਮਣੇ ਕਰ ਦੇਵੇ ਮੀਡੀਆ ਦੇ, ਜਿਹਦੇ ਵਿੱਚ ਜੋਗਿੰਦਰ ਸਿੰਘ ਨੇ ਗਰਾਹਾ ਨੇ ਕਿਹਾ ਹੋਵੇ ਅਸੀਂ ਸਮੁੱਚੀ ਕਿਸਾਨੀ ਦਾ ਜਿਹੜਾ ਕਰਜ਼ਾ ਮੁਕਤੀ ਦੀ ਗੱਲ ਕਰਦੇ ਹਾਂ। ਤਾਂ ਜਦੋਂ ਯਾਰ ਤੁਸੀਂ ਗੱਲ ਹੀ ਪਵਾੜਾ ਪਾਉਣ ਦੀ ਕਰਨੀ ਆ, ਇਹਦਾ ਮਤਲਬ ਆ ਵੀ ਸੱਚ ਜਿਹੜਾ ਚੁੱਭਦਾ, ਸੱਚ ਚੁੱਭਦਾ ਹੀ ਆ ਲੋਕਾਂ ਨੂੰ। ਜੇ ਮੈਂ ਬੋਲਿਆ ਤੇ ਇਹਦਾ ਮਤਲਬ ਜੋਗਿੰਦਰ ਸਿੰਘ ਨਾਲ ਵਾ ਉਹਦੇ ਵਿੱਚ, ਉਸ ਮੂਵਮੈਂਟ ਦੇ ਵਿੱਚ ਸ਼ਾਮਲ ਆ। ਮਾਰਕਸਵਾਦੀ ਸੋਚ ਆ, ਜਿਹੜੀ ਲੈ ਲੈਣਵਾਦੀ ਸੋਚ ਆ, ਉਹਦਾ ਇੱਕ ਪਾਰਟ ਆ ਜੋਗਿੰਦਰ ਗਰਾਹਾ। ਇਸ
ਕਰਕੇ ਇਹ ਬੋਲ ਰਿਹਾ, ਇਸ ਕਰਕੇ ਸਾਰਾ ਕੁਝ ਹੋਇਆ। ਜੋਗਿੰਦਰ ਗਾਹਾਂ ਨੇ ਆਪਦੇ ਤੇ ਟਾਇਕ ਤਾਂ ਲਿਆ, ਇਹਨੇ ਮਹਿਸੂਸ ਕਰ ਲਿਆ ਵੀ ਸ਼ਾਇਦ ਮੈਨੂੰ ਕਿਹਾ। ਸਾਡਾ ਕਿਸੇ ਨੂੰ ਮੇਨ ਟਾਰਗੇਟ ਨਹੀਂ ਕੀਤਾ, ਅਸੀਂ ਤਾਂ ਸਿਰਫ ਇਹਨਾਂ ਦਾ ਜਿਹੜਾ ਪੰਜਾਬ ਦਾ ਮੀਤ ਪ੍ਰਧਾਨ ਆ ਝੰਡਾ ਸਿੰਘ ਜੇਠੂਕੇ, ਉਹਦੀ ਗੱਲ ਕੀਤੀ ਸੀ। ਵੀ ਝੰਡਾ ਸਿੰਘ ਜੇਠੂਕੇ ਇਹ ਗੱਲ ਕਹਿੰਦਾ ਵੀ ਹੁਣ ਧਰਨਿਆਂ ਨਾਲ ਨਹੀਂ ਸਰਨਾ, ਇਹ ਤਾਂ ਖੋਣੀ ਪਊਗੀ। ਭਾਈ ਤੁਸੀਂ ਸਮਾਜ 'ਚ ਦਫੇੜ ਪਾਉਣਾ ਚਾਹੁੰਦੇ ਹੋ, ਦੰਗੇ ਕਰਾਉਣਾ ਚਾਹੁੰਦੇ ਹੋ, ਵੇਖਾਂਗੇ ਜਦੋਂ ਦੰਗੇ ਕਰਾਉਂਗੇ ਫਿਰ ਅਸੀਂ ਲਲਕਾਰ ਕੇ ਕਹਿੰਦੇ ਆ ਜਿਹੜਾ ਦੰਗਿਆਂ ਦੀ ਗੱਲ ਕਰੂਗਾ ਉਹਦੇ ਵਾਸਤੇ ਸਿੱਧਾ ਚੈਲੰਜ ਆ, ਜੋ ਸਾਥੋਂ ਹੋਇਆ ਅਸੀਂ ਕਰਾਂਗੇ। ਜ਼ਮੀਨ ਸਾਡੀ ਮਾਂ, ਇਹਦੇ ਵਾਸਤੇ ਖੂਨ ਅਸੀਂ ਕਰ ਵੀ ਸਕਦੇ ਹਾਂ, ਖੂਨ ਆਪਦਾ ਵਹਾ ਵੀ ਸਕਦੇ ਹਾਂ, ਮਰ ਵੀ ਸਕਦੇ ਹਾਂ ਤੇ ਮਾਰ ਵੀ ਸਕਦੇ ਹਾਂ। ਇਹ ਜ਼ਿਆਦਾਤਰ ਜਿਹੜੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਉਹ ਜਿਹੜੀਆਂ ਤੁਸੀਂ ਕਿਹਾ ਕਿ ਮਾਰਕਸਵਾਦੀ, ਲੈਨਨਵਾਦੀ, ਖੱਬੇ ਪੱਖੀ, ਇਹ ਸੋਚਦੀਆਂ ਕਾਫੀ ਹੱਦ ਤੱਕ ਜਿਹੜੀਆਂ ਪੰਜਾਬ ਦੇ ਜਥੇਬੰਦੀਆਂ ਵੱਡੇ ਪੱਧਰ ਦੇ ਉੱਤੇ, ਤੇ ਉਹ ਜਥੇਬੰਦੀਆਂ ਜਦੋਂ ਇੱਕ ਪਾਸੇ ਹੈ ਤੇ ਉਹ ਸਾਰੀਆਂ ਜਥੇਬੰਦੀਆਂ ਦੀ ਇਹ ਮੰਗ ਹੈ। ਤੁਹਾਡੇ ਭਾਸ਼ਣ ਦੇ ਵਿੱਚ 2 ਲੀਡਰਾਂ ਦਾ ਬਾਅਦ ਜ਼ਿਕਰ ਹੋਇਆ ਤੇ ਗੱਲਾਂ ਤਾਂ ਸਾਰੇ ਅਜਿਹੀਆਂ ਕਰਦੇ। ਵੇਖੋ ਮੈਂ ਉਹਦੇ ਵਿੱਚ ਕਲੀਅਰ ਕਿਹਾ ਪੰਜਾਬ ਦੇ ਵਿੱਚ 23 ਜਥੇਬੰਦੀਆਂ ਇਹੋ ਜਿਹੀਆਂ ਆ ਚੁੱਕੀਆਂ ਜਿਹੜੀਆਂ ਦੇ 27 ਜਥੇਬੰਦੀਆਂ ਦੇ ਆਗੂ ਆ ਜਿਹੜੇ ਮਾਰਕਸਵਾਦੀ ਲੈਲਨਵਾਦੀ ਸੋਚ ਦੇ ਆਗੂ ਬਣ ਚੁੱਕੇ ਆ। ਕਿਸਾਨੋਂ ਸੁਚੇਤ ਹੋ ਜਾਓ। ਤੇ ਜਿਨ੍ਹਾਂ ਨੇ ਇਹ ਭਾਸ਼ਣ ਦਿੱਤਾ ਸੀ, ਜਿਨ੍ਹਾਂ ਦੇ ਕਲੀਅਰ ਸੀ ਬੋਲ ਰਹੇ ਆ ਵੀ ਹੁਣ ਧਰਨਿਆਂ ਨਾਲ ਨਹੀਂ ਸਰਨਾ, ਇਹ ਤਾਂ ਖੋਣੀ ਪਊ, ਫਿਰ ਉਹਨਾਂ ਦਾ ਨਾਂ ਤਾਂ ਆਉਣਾ ਹੀ ਸੀ, ਯਕੀਨਨ ਆਊਗਾ ਹੀ। ਤੁਹਾਡੀ ਜਥੇਬੰਦੀ ਇੱਕ ਗੱਲ ਹੈ ਕਿ ਜਿਹੜੀ ਸਿੱਧੂਪੁਰ ਜਥੇਬੰਦੀ ਹੈ, ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਲੱਗਿਆ ਉੱਥੇ, ਇਹ ਕਿਸਾਨ ਮਜ਼ਦੂਰਾਂ ਦੇ ਲਈ ਕਿਉਂ ਨਹੀਂ ਸੰਘਰਸ਼ ਕਰਦੀ, ਸਿਰਫ ਕਿਸਾਨਾਂ ਲਈ ਕਿਉਂ ਕਰਦੀ ਹੈ? ਵੇਖੋ ਅਸੀਂ ਕਿਸਾਨ ਮਜ਼ਦੂਰ ਵਾਸਤੇ ਸੰਘਰਸ਼ ਕਰਦੇ ਹਾਂ, ਕਿਸਾਨ ਮਜ਼ਦੂਰ ਏਕਤਾ ਹੈਗੀ ਆ, ਪਰ ਇਹਦਾ ਮਤਲਬ ਇਹ ਤਾਂ ਨਹੀਂ ਹੱਕ ਇਹਦਾ ਖੋ ਕੇ ਇਹਨੂੰ ਦੇ ਦਿਓ। ਜੋ ਮਜ਼ਦੂਰਾਂ ਦੇ ਹੱਕ ਆ ਉਹ ਅਸੀਂ ਸਰਕਾਰ ਤੋਂ ਲੈਣੇ ਆ, ਅਸੀਂ ਇੱਕ ਦੂਜੇ ਤੋਂ ਖੋ ਕੇ ਥੋੜੀ ਇੱਕ ਦੂਜੇ ਨੂੰ ਕਰਨਾ। ਜੇ ਕਿਸੇ ਨੇ ਕਿਸੇ ਦਾ ਹੱਕ ਮਾਰਿਆ ਤੇ ਅਸੀਂ ਉਹਦੇ ਨਾਲ ਆ। ਜੇ ਕਿਸੇ ਕਿਸਾਨ ਨੇ ਕਿਸੇ ਮਜ਼ਦੂਰ ਦੀ ਜ਼ਮੀਨ ਖੋਈ ਆ, ਕਿਸੇ ਜੱਟ ਨੇ ਕਹਿ ਲਓ ਜੱਟ ਨੇ ਕਿਸੇ ਏਸੀ ਦੀ ਖੋਈ ਆ, ਅਸੀਂ ਉਹਦੇ ਨਾਲ ਆ। ਏਸੀ ਸਾਡੇ ਕੋਲੇ ਆਵੇ ਵੀ ਮੇਰੀ ਆ ਦੱਬੀ ਬੈਠਾ ਖੋ ਦਿਓ, ਮੈਨੂੰ ਵਾਪਸ ਲੈ ਕੇ ਦਿਓ। ਪਰ ਜਿਹੜੀ ਗੱਲ ਆ ਲੜਾਈ ਤਾਂ ਸਰਕਾਰ ਨਾਲ ਆ। ਅੱਜ ਕਿਸਾਨ ਆ, ਚਾਹੇ 100 ਏਕੜ ਵਾਲਾ ਚਾਹੇ ਉਹ 1 ਏਕੜ ਵਾਲਾ, ਉਹ ਕਰਜ਼ੇ ਦੀ ਦਲਦਲ ਥੱਲੇ ਆ। ਤਾਂ ਜੇ ਅਸੀਂ ਲੜਾਈ ਲੜਾਂਗੇ 1 ਏਕੜ ਵਾਲੀ ਦੀ 100 ਏਕੜ ਵਾਲੀ ਦੀ ਬਰਾਬਰ ਲੜਾਂਗੇ ਨਾ, ਕਰਜ਼ਾ ਚੜਨ ਦਾ ਕਾਰਨ ਕੀ ਆ? ਸਾਨੂੰ ਫਸਲਾਂ ਦੇ ਭਾਅ ਨਹੀਂ ਮਿਲੇ। ਕਿਸਾਨ ਨੂੰ ਹਮੇਸ਼ਾ ਫਸਲ ਦਾ ਰੇਟ ਆ ਜਿਹੜਾ ਲਾਗਤ ਖਰਚਿਆਂ ਤੋਂ ਘੱਟ ਦਿੱਤਾ ਗਿਆ। ਤੇ ਜੇ ਤੁਸੀਂ ਕਿਹਾ ਇਹ ਵੀ ਜਿਹੜੀ ਵੱਡੀ ਗਿਣਤੀ ਆ ਉਹ ਕਾਮਰੇਡ ਮੈਂਡਡ ਆ ਕਿਸਾਨ ਜਥੇਬੰਦੀਆਂ ਦੇ ਆਗੂ, ਤਾਂ ਫਿਰ ਅੱਜ ਤੱਕ ਇਹਨਾਂ ਨੇ ਫਸਲਾਂ ਦੇ ਭਾਅ ਕਿਉਂ ਨਹੀਂ ਮੰਗੇ? ਅੱਜ ਤੱਕ ਇਹਨਾਂ ਨੇ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਦੀ ਮੰਗ ਨਹੀਂ ਕੀਤੀ, MSP ਤੇ ਗਰੰਟੀ ਵਾਸਤੇ ਲੋਕ ਖੜੇ ਨਹੀਂ, ਉੱਥੋਂ ਭੱਜ ਕੇ ਆਏ ਆ। ਫਿਰ ਇਹਨਾਂ ਤੇ ਅਸੀਂ ਯਕੀਨ ਕਿਵੇਂ ਕਰ ਸਕਦੇ ਹਾਂ? ਹੁਣ ਤੁਸੀਂ ਕਿਹੜੀ ਵਿਚਾਰਧਾਰਾ ਨੂੰ ਜਿਹੜੀ ਫੋਲੋ ਕਰਦੇ ਹੋ? ਉਹ ਤਾਂ ਲੈਨਨ ਤੇ ਮਾਰਕਸ ਨੂੰ ਕਰਦੇ ਹੋ। ਵੇਖੋ ਅਸੀਂ ਇੱਕ 1978 ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਭਾਰਤੀ ਕਿਸਾਨ ਯੂਨੀਅਨ ਹੋਣੀ ਚਾਹੀਦੀ ਸੀ, ਪੰਜਾਬ ਕਿਸਾਨ ਯੂਨੀਅਨ, ਜਿਹੜੀ ਹੌਲੀ ਹੌਲੀ ਥੋੜ੍ਹੇ ਸਮੇਂ ਦੇ ਵਿੱਚ 6 ਸਾਲਾਂ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦਾ ਰੂਪ ਧਾਰ ਗਈ। ਤਾਂ ਉਹਦਾ ਜਿਹੜਾ ਸੰਵਿਧਾਨ ਲਿਖਿਆ ਸੀ, ਅਸੀਂ ਉਸ ਸੰਵਿਧਾਨ ਤੇ ਚੱਲਦੇ ਹਾਂ। ਉਹਦਾ ਸੰਵਿਧਾਨ ਲਿਖਿਆ ਗਿਆ ਸੀ ਜਿਹੜਾ, ਉਹਦੇ ਵਿੱਚ ਸੀ ਵੀ ਜਿਹੜਾ ਕਿਸਾਨ ਆ ਨਰੋਲ ਕਿਸਾਨੀ ਦੀ ਲੜਾਈ ਲੜੂਗਾ। ਇਹਦੇ ਵਿੱਚ ਕੋਈ ਮੁਲਾਜ਼ਮ, ਕੋਈ ਇਹਦੇ 'ਚ ਜਿਹੜਾ ਹੈਗਾ ਕੋਆਪਰੇਟਿਵ ਵਾਲਾ, ਜਿਹੜੇ ਹੈਗੇ ਇੰਡਸਟਰੀ ਵਾਲੇ ਵਪਾਰੀ ਆ, ਉਹ ਮੈਂਬਰ ਨਹੀਂ ਬਣਨਗੇ। ਕਿਸੇ ਹੋਰ ਕੈਟਾਗਰੀ ਨੂੰ ਮੈਂਬਰਸ਼ਿਪ ਨਹੀਂ ਦਿੱਤੀ ਜਾਊਗੀ। ਨਰੋਲ ਕਿਸਾਨਾਂ ਦੀ ਮੈਂਬਰਸ਼ਿਪ ਹੋਊਗੀ ਔਰ ਇਹ ਗੈਰ ਰਾਜਨੀਤਿਕ ਹੋਊਗੀ। ਮਜ਼ਦੂਰਾਂ ਨੂੰ ਵੀ ਨਹੀਂ ਦਿੱਤੀ ਜਾਊਗੀ ਨਾ, ਕਿਸੇ ਨੂੰ ਨਹੀਂ। ਉਹਦੇ 'ਚ ਇਹ ਨਹੀਂ ਕਿਹਾ, ਉਹਦੇ ਵਿੱਚ ਨਹੀਂ ਲਿਖਿਆ ਸੰਵਿਧਾਨ ਦੇ ਵੀ ਮਜ਼ਦੂਰਾਂ ਨੂੰ ਵੀ ਦਿੱਤੀ ਜਾਊਗੀ, ਕਿਉਂਕਿ ਮਜ਼ਦੂਰਾਂ ਦੀ ਲੜਾਈ ਉਹ ਸਾਡੇ ਨਾਲੋਂ ਵੱਡੀ ਗਿਣਤੀ 'ਚ ਆਪਦੀ ਲੜਾਈ ਉਹ ਲੜ ਸਕਦੇ, ਸਰਕਾਰ ਤੋਂ ਹੱਕ ਲੈ ਸਕਦੇ ਆ, ਅਸੀਂ ਉਹਨਾਂ ਦੇ ਹੱਕ 'ਚ ਬੈਠ ਸਕਦੇ ਹਾਂ, ਅਸੀਂ ਉਹਨਾਂ ਦੇ ਨਾਲ ਜਾ ਸਕਦੇ ਹਾਂ ਧਰਨਿਆਂ 'ਚ। ਪਰ ਉਹਦੇ ਵਿੱਚ ਲਿਖਿਆ ਵੀ ਤੁਸੀਂ ਜਿਹੜੀ ਮੈਂਬਰਸ਼ਿਪ ਦੇਣੀ ਆ ਨਰੋਲ ਕਿਸਾਨ ਨੂੰ ਦੇਣੀ ਆ। ਤਾਂ ਜਿਹੜੀ ਗੱਲ ਹੈਗੀ ਆ, ਇਹ ਜਥੇਬੰਦੀ ਗੈਰ ਰਾਜਨੀਤਿਕ ਰਹੂਗੀ, ਭਾਰਤੀ ਕਿਸਾਨ ਯੂਨੀਅਨ। ਤੀਜੀ ਗੱਲ ਇਹ ਸੀ ਵੀ ਇਹ ਫੰਡ ਦੇ ਸੋਰਸ ਕੀ ਹੈ ਇਹਦੇ? ਇਹ ਸਿਰਫ ਨਰੋਲ ਕਿਸਾਨਾਂ ਤੋਂ ਹੀ ਫੰਡ ਲਊਗੀ, ਨਾ ਵਪਾਰੀ ਤੋਂ, ਨਾ ਮੁਲਾਜ਼ਮ ਤੋਂ, ਨਾ ਮਜ਼ਦੂਰ ਤੋਂ, ਕਿਸੇ ਤੋਂ ਹੋਰ ਤੋਂ ਫੰਡ ਨਹੀਂ ਲਊ, ਕਿਸੇ ਤੇ ਹੋਰ ਤੇ ਬੋਝ ਨਹੀਂ ਬਣੂਗੀ। ਅਸੀਂ ਉਸੇ ਫਲਸਫੇ ਤੇ ਚੱਲ ਰਹੇ ਹਾਂ, ਉਸੇ ਸੰਵਿਧਾਨ ਤੇ ਚੱਲਦੇ ਹਾਂ। ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਜਿਨ੍ਹਾਂ ਦਾ ਸਾਡੇ ਪ੍ਰਧਾਨ ਜਗਦੀਸ਼ ਸਿੰਘ ਡੱਲੇਵਾਲ ਸਾਹਿਬ, ਤੁਹਾਨੂੰ ਪਿਛਲੇ ਅੰਦੋਲਨ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਹਾਲਾਤ ਆਏ ਆ ਉਹਨਾਂ 'ਚ ਤੁਸੀਂ ਵੇਖਿਆ ਹੋਣਾ, ਅਸੀਂ ਨਰੋਲ ਗੈਰ ਰਾਜਨੀਤਿਕ ਬਣ ਕੇ ਖੜੇ ਆ। ਤੇ ਸਾਡੇ ਨਾਲ ਹੋਰ 14 ਜਥੇਬੰਦੀਆਂ ਪੰਜਾਬ ਦੀਆਂ ਤੇ 185 ਜਥੇਬੰਦੀਆਂ ਜਿਹੜੀਆਂ ਭਾਰਤ ਦੀਆਂ ਸਾਡੇ ਨਾਲ ਆ ਗੈਰ ਰਾਜਨੀਤਿਕ ਮੋਰਚੇ 'ਚ। ਤੇ ਜਿੰਨੇ ਕਾਮਰੇਡ ਸੀ ਜਾਂ ਹੋਰ ਸੀਗੇ ਜਿਨ੍ਹਾਂ ਨੇ ਇਲੈਕਸ਼ਨ ਲੜੇ ਸੀ, ਉਹਨਾਂ ਦਾ ਜਿਹੜਾ ਰਾਜਨੀਤਿਕ ਮੋਰਚਾ ਰਾਜਨੀਤਿਕ ਸੰਯੁਕਤ ਮੋਰਚਾ ਬਣਿਆ ਹੋਇਆ। ਹਾਂ, 2 ਬਣ ਗਏ। ਅੱਛਾ, ਇੱਕ ਗੱਲ ਹੋਰ ਸੁਣਿਓ ਵੀ ਉਹ ਆਪਾਂ ਗੱਲ ਆ ਗਏ, ਉਹ ਕਾਮਰੇਡ ਆ ਗਏ, ਕਾਮਰੇਡ ਦੇ ਨਾਲ ਨਾਸਤਕ ਵੀ ਹੋ ਜਾਂਦਾ ਜਿਹੜਾ ਬੰਦਾ। ਤੁਹਾਡਾ ਫਲਸਫਾ ਕਿਹੜਾ ਰਿਹਾ? ਅਸੀਂ ਹਮੇਸ਼ਾ ਆਪਦੇ ਧਰਮ ਦੇ ਫਲਸਫੇ ਤੇ ਚੱਲਦੇ ਹਾਂ, ਬਾਬੇ ਨਾਨਕ ਦੇ ਫਲਸਫੇ ਤੇ ਚੱਲਦੇ ਹਾਂ। ਅਸੀਂ ਕਹਿੰਦੇ ਘਾਲ ਖਾਏ ਕਿ ਛੱਥੋਂ ਦੇ। ਅਸੀਂ ਬਾਬੇ ਨਾਨਕ ਦੇ ਫਲਸਫੇ ਤੇ ਚੱਲਦੇ ਹਾਂ, ਬਾਬੇ ਨਾਨਕ ਦੇ ਧਰਮ ਦੇ ਨਾਂ ਤੇ ਅਸੀਂ ਚੱਲਦੇ ਹਾਂ। ਜੇ ਅਸੀਂ ਅੰਦੋਲਨ ਜਿੱਤਿਆ, ਉਹ ਵੀ ਸਿੱਖ ਫਲਸਫੇ ਨਹੀਂ ਜਿੱਤਿਆ। ਦਿੱਲੀ ਦਾ ਅੰਦੋਲਨ ਸਿੱਖ ਫਲਸਫੇ ਨੇ ਜਿੱਤਿਆ, ਬਾਬੇ ਨਾਨਕ ਦੀ ਪੰਗਤ ਤੇ ਸੰਗਤ ਨੇ ਜਿਤਾਇਆ। ਹੋਰ ਜੋ ਮਰਜ਼ੀ ਕੁਛ ਕਹਿ ਲੈਣ, ਜੇ ਅਸੀਂ ਲੰਮਾ ਸਮਾਂ ਉੱਥੇ ਲੜੇ ਤੇ ਬਾਬੇ ਦੇ ਨਾਨਕ ਦੇ ਲੰਗਰਾਂ ਨੇ ਰੱਖਿਆ ਸਾਨੂੰ। ਜੇ ਉੱਥੇ ਪ੍ਰਭਾਵ ਪਿਆ ਤੇ ਬਾਬੇ ਨਾਨਕ ਦੀ ਬਖਸ਼ੀ ਦਸਤਾਰ ਦਾ ਪਿਆ। ਜੇ ਦਿੱਲੀ ਦਬੀ ਹੈ
ਤਾਂ ਸਰਦਾਰ ਦੀ ਪੱਗ ਤੋਂ ਦਬੀ ਹੈ। ਤੇ ਜੇ ਸਰਦਾਰੀ ਬਖਸ਼ੀ ਆ ਤਾਂ ਦਸ਼ਮੇਸ਼ ਪਿਤਾ ਨੇ ਸਾਨੂੰ ਪੁੱਤ ਵਾਰ ਕੇ ਬਖਸ਼ੀ ਆ। ਅਸੀਂ ਉਹਨੇ ਆਪਦੇ 4 ਪੁੱਤ ਸ਼ਹੀਦ ਕਰਵਾ ਕੇ ਸਾਨੂੰ ਪੁੱਤ ਮੰਨਿਆ ਤੇ ਅਸੀਂ ਉਹਦੇ ਪੁੱਤ ਮੰਨ ਕੇ ਉਹਦੀ ਦਸਤਾਰ ਆ ਜਿਹੜੀ ਉਹਦੀ ਅਸੀਂ ਪਾਲਣਾ ਕਰਦੇ ਹਾਂ। ਸਾਬਤ ਸੂਰਤ ਦਸਤਾਰ ਸਿਰਾ ਜਿਹੜਾ ਉਹਨੂੰ ਪਹਿਲ ਦਿੰਦੇ ਹਾਂ। ਸਾਡੀ ਜਥੇਬੰਦੀ ਦਾ ਸਿਧਾਂਤ ਆ ਵੀ ਯਾਰ ਜ਼ਿਆਦਾ ਤੋਂ ਜ਼ਿਆਦਾ ਦਸਤਾਰਾਂ ਬੰਨੋ, ਅੰਮ੍ਰਿਤ ਛਕੋ, ਸਿੰਘ ਸਜੋ। ਤਾਂ ਅਸੀਂ ਜਿਹੜਾ ਅੰਦੋਲਨ ਲੜ ਰਹੇ ਹਾਂ, ਨਰੋਲ ਕਿਸਾਨੀ ਦਾ ਲੜ ਰਹੇ ਹਾਂ, ਉਹਦੇ ਵਿੱਚ ਜਿਹੜਾ ਅਸੀਂ ਆਪਦੇ ਅੰਦੋਲਨ 'ਚ ਇਹ ਨਹੀਂ ਕਹਿ ਸਕਦੇ ਵੀ ਅਸੀਂ ਆਪਦੇ ਧਰਮ ਨੂੰ ਪਿੱਛੇ ਛੱਡ ਦਈਏ। ਸਾਡਾ ਧਰਮ ਪਹਿਲਾਂ, ਅੰਦੋਲਨ ਬਾਅਦ 'ਚ ਹੈ। ਅਸੀਂ ਟਿੱਕਰੀ ਬਾਰਡਰ 'ਤੇ ਰਹੇ ਹਾਂ, ਤੁਸੀਂ ਵੀ ਬੜੇ ਵਾਰੀ ਗਏ ਆ, ਸਿੰਘੂ 'ਤੇ ਵੀ ਗਏ ਆ, ਅਗਰਾਹਾ ਦੀ ਸਟੇਜ 'ਤੇ ਵੀ ਗਏ ਆ। ਸਿੰਘੂ ਦੀ ਸਟੇਜ ਦੇ ਉੱਤੇ ਲਗਭਗ 160-65 ਜਥੇਬੰਦੀਆਂ ਦੇ ਆਗੂ ਬੋਲ ਕੇ ਗਏ ਆ। ਉਹ ਆਪਦੇ ਧਰਮ ਦਾ ਉੱਥੇ ਜਕਾਰਾ ਨਾਰਾ ਲਾਉਂਦੇ ਰਹੇ ਆ, ਜੈ ਸ਼੍ਰੀ ਰਾਮ ਵੀ ਬੋਲਦੇ ਰਹੇ ਆ, ਜਿਹੜੇ ਬਜਰੰਗ ਬਲੀ ਵੀ ਬੋਲਦੇ ਰਹੇ। ਮੈਂ ਕਿਹਾ ਜਿਹੜਾ ਵੀ ਜਿਹਨੂੰ ਮੰਨਦਾ ਸੀ ਉਹ ਬੋਲਦਾ ਰਿਹਾ। ਤਾਂ ਜਿਹੜੇ ਹੋਰ ਧਰਮਾਂ ਦੇ ਲੋਕ ਸੀ, ਚਾਹੇ ਮੁਸਲਮਾਨ ਗਿਆ ਚਾਹੇ ਹਿੰਦੂ ਗਿਆ, ਉਹਨੇ ਵੀ ਉੱਥੇ ਜਕਾਰਾ ਲਾਇਆ, ਫਤਿਹ ਬੁਲਾਈ ਆ, ਜਕਾਰਾ ਵੀ ਲਾਇਆ। ਉਹਨਾਂ ਕਿਸੇ ਨੂੰ ਨਹੀਂ ਫਤਿਹ ਤੋਂ ਅਲਰਜੀ ਹੋਈ, ਉਹਨਾਂ ਨੂੰ ਕਿਸੇ ਤੋਂ ਜਕਾਰੇ ਤੋਂ ਅਲਰਜੀ ਹੋਈ। ਉਹਨਾਂ ਨੇ ਕਿਸੇ ਨੇ ਨਹੀਂ ਸਾਨੂੰ ਉੱਥੇ ਕਿਹਾ ਮੀਟਿੰਗ ਦੇ ਵਿੱਚ ਵੀ ਤੁਸੀਂ ਆਪਦਾ ਫਤਿਹ ਬੁਲਾਉਣੀ ਜਾਂ ਜਕਾਰਾ ਲਾਉਣਾ ਬੰਦ ਕਰੋ ਸਟੇਜ ਤੋਂ। ਪਰ ਜਿਹੜੀ ਅਗਰਾਹਾ ਦੀ ਸਟੇਜ ਸੀ ਬਰਾਬਰ ਚੱਲਦੀ ਰਹੀ, ਉਹਦੇ 'ਤੇ ਮਨਾਹੀ ਸੀ। ਇੱਥੇ ਕੋਈ ਸਿੱਖ ਜਕਾਰਾ ਨਹੀਂ ਲਾ ਸਕਦਾ, ਇੱਥੇ ਕੋਈ ਸਿੱਖ ਨਾਰਾ ਨਹੀਂ ਲਾ ਸਕਦਾ। ਫਿਰ ਇਹਦਾ ਕਾਰਨ ਤਾਂ ਇਹੀ ਹੈ ਵੀ ਨਾਸਤਕਤਾ ਫੈਲਾਉਣੀ ਚਾਹੁੰਦਾ ਭਾਰਤ 'ਚ। ਜੇ ਭਾਰਤ 'ਚ ਨਾਸਤਕਤਾ ਫੈਲੂਗੀ ਤਾਂ ਚੀਨ ਵਾਲੇ ਜਿਹੜੇ ਯਕੀਨਨ ਆ ਵੀ ਚੀਨ ਇਹਨਾਂ ਦੀ ਸਪੋਰਟ ਕਰੂਗਾ, ਆਉਣ ਵਾਲੇ ਦਿਨਾਂ 'ਚ ਮਾਹੌਲ ਖਰਾਬ ਕਰਨਗੇ। ਮਾਹੌਲ ਤਾਂ ਇੱਕ ਇਹ ਵੀ ਕਿਹਾ ਜਾਂਦਾ ਕਿ ਜਿਵੇਂ ਹੁਣ ਤੁਸੀਂ ਮੰਨ ਲਓ ਕੱਲ੍ਹ ਨੂੰ ਖਾਲਿਸਤਾਨ ਦੀ ਲਹਿਰ ਹੀ ਵੱਡੀ ਹੋ ਜਾਂਦੀ ਹੈ ਤਾਂ ਤੁਸੀਂ ਉੱਧਰ ਸਪੋਰਟ ਕਰੋਗੇ? ਵੇਖੋ, ਸਾਡੀ ਮੂਵਮੈਂਟ ਆ ਜਿਹੜੀ, ਸਾਡੀ ਨਰੋਲ ਕਿਸਾਨੀ ਦੀ ਲੜਾਈ ਲੜ ਰਹੇ, ਆਰਥਿਕਤਾ ਦੀ ਲੜਾਈ ਲੜਦੇ ਹਾਂ। ਜੋ ਧਰਮ ਤੁਸੀਂ ਕਹੇ ਪਹਿਲਾਂ ਧਰਮ ਹੈ, ਨਹੀਂ ਧਰਮ ਪਹਿਲਾਂ ਹੈ। ਜੇ ਧਰਮ ਦੇ ਵਿੱਚ ਜੇ ਕੋਈ ਸ਼ਾਂਤਮਈ ਰਹਿ ਕੇ ਅੰਦੋਲਨ ਲੜਿਆ ਜਾਂਦਾ ਹੈ ਤਾਂ ਬਹੁਤ ਸਾਰੇ ਸਿੱਖ ਆ ਜਿਹੜੇ ਉਹਦੇ ਨਾਲ ਹੋਣਗੇ, ਕਿਉਂਕਿ ਸਾਡੇ ਸਿੱਖ ਵੱਧੇ ਨਹੀਂ ਨਾ, ਅਸੀਂ ਤਾਂ ਇਕੱਲੇ ਆਗੂ ਵੱਧੇ ਆ। ਜੇ ਧਾਰਮਿਕ ਲੜਾਈ ਲੜੀ ਜਾਊਗੀ, ਮੈਨੂੰ ਯਕੀਨਨ ਆ ਵੀ ਜੇ ਖਾਲਿਸਤਾਨ ਦੀ ਲੜਾਈ ਹੋਊਗੀ ਤਾਂ ਰਾਜਨੀਤਿਕ ਹੋਊਗੀ, ਉਹ ਰਾਜਨੀਤਿਕ ਵਿਅੰਗ ਉਹਦਾ ਖੜਾ ਹੋਊਗਾ। ਤੇ ਸਾਡੀ ਜਥੇਬੰਦੀ ਦਾ ਸਿਧਾਂਤ ਆ ਗੈਰ ਰਾਜਨੀਤਿਕ। ਫਿਰ ਜਿਹੜੇ ਸਾਡੇ ਜ਼ਿਲ੍ਹਿਆਂ ਦੇ ਆਗੂ, ਸਾਡੇ ਬਲਾਕਾਂ ਦੇ ਆਗੂ, ਸਾਡੀ ਪੰਜਾਬ ਸਟੇਟ ਬੋਡੀ ਦੀ ਕਮੇਟੀ ਹੈ ਜਿਹੜੀ, ਉਹ ਗੈਰ ਰਾਜਨੀਤਿਕ ਰਹੂਗੀ। ਉਹ ਨਹੀਂ ਉਹਨਾਂ ਇਕੱਠਾਂ ਜਾ ਸਕਦੀ। ਤੇ ਹੇਠਲਾ ਜਿਹੜਾ ਸਾਡਾ ਕੇਡਰ ਆ ਉਹਨੂੰ ਅਸੀਂ ਬੰਨ੍ਹ ਨਹੀਂ ਸਕਦੇ, ਕਿਉਂਕਿ ਬਾਬੇ ਨਾਨਕ ਦੇ ਫਲਸਫੇ 'ਤੇ ਚੱਲਦੇ ਆ। ਉਹਨਾਂ ਨੂੰ ਆਪਦੇ ਧਰਮ ਦੇ ਅੰਦੋਲਨ ਜਾਣ ਦੀ ਇਜਾਜ਼ਤ ਆ। ਜਿਹੜੇ ਸਾਡੇ ਮੇਨ ਆਗੂ ਆ ਉਹ ਨਹੀਂ ਜਾ ਸਕਦੇ, ਕਿਉਂਕਿ ਸਾਡੀ ਜਥੇਬੰਦੀ ਦਾ ਸਿਧਾਂਤ ਆ ਵੀ ਰਾਜਨੀਤਿਕ ਹੋ ਕੇ ਨਹੀਂ ਅਸੀਂ ਚੱਲਣਾ, ਕਿਉਂਕਿ ਅਸੀਂ ਪੂਰੇ ਭਾਰਤ ਦੇ ਕਿਸਾਨਾਂ ਨੂੰ ਨਾਲ ਲੈ ਕੇ ਜਿਹੜੀ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਦੀ ਲੜਾਈ ਲੜਨੀ ਆ, ਭਾਰਤ ਨੂੰ ਗੈਟ 'ਚੋਂ ਬਾਹਰ ਕੱਢਣ ਤੱਕ ਦੀ ਲੜਾਈ ਲੜਨੀ ਆ। ਜਦੋਂ ਭਾਰਤ ਨੂੰ ਗੈਟ 'ਚੋਂ ਕੱਢਣ ਤੱਕ ਦੀ ਲੜਾਈ ਲੜਾਂਗੇ ਤੇ ਪੂਰੇ ਭਾਰਤ ਦੇ ਕਿਸਾਨ ਨੂੰ ਉਹਦੇ 'ਚ ਸ਼ਾਮਲ ਕਰਨਾ ਪਊਗਾ। ਤੇ ਪੂਰੇ ਭਾਰਤ ਦੇ ਵਿੱਚ ਜਿਹੜਾ ਕਿਸਾਨ ਉਹ ਵੱਖ-ਵੱਖ ਧਰਮਾਂ ਦਾ, ਵੱਖ-ਵੱਖ ਨਸਲਾਂ ਦਾ, ਉੱਥੇ ਇੱਕ ਨਸਲ ਨੂੰ ਪ੍ਰਮੋਟ ਕਰਨਾ ਜਿਹੜਾ ਇੱਕ ਸਾਡੇ ਜਥੇਬੰਦੀ ਵੱਲੋਂ ਹੋਊਗਾ ਉਹ ਠੀਕ ਨਹੀਂ ਹੋਊਗਾ। ਕਿਉਂਕਿ ਅੱਗੇ ਜਾ ਕੇ ਜਿਹੜੇ ਆ ਅੱਗੇ ਜਾ ਕੇ ਸਾਡੇ ਨਾਲ ਹੋਰ ਬਹੁਤ ਸਾਰੇ ਲੋਕਾਂ ਨੇ ਰਲਣਾ, ਬਹੁਤ ਸਾਰੇ ਧਰਮਾਂ ਦੇ ਨਾਲ ਰਲਣਾ। ਜੇ ਸਾਡੀ ਧਰਮ ਦੀ ਲੜਾਈ ਹੋਊਗੀ ਤਾਂ ਸਾਡੀ ਜਿਹੜੀ ਆਰਥਿਕਤਾ ਦੀ ਲੜਾਈ ਆ ਉਹਦੇ ਨਾਲ ਵੱਖਰੀ ਹੋਊ। ਜੇ ਧਰਮ ਦੀ ਲੜਾਈ ਵੱਖਰੀ ਲੜੋ, ਉਹ ਅਸੀਂ ਨਹੀਂ ਲੜਾਂਗੇ। ਜਿਹੜੇ ਲੜਨਗੇ ਸਾਡੇ ਦੇਸ਼ ਦੇ ਕਿਸਾਨ ਸਿੱਖ ਲੜਨਗੇ ਸਾਡੇ ਭਾਰਤ ਦੇ, ਉਹ ਵੱਖਰੀ ਲੜਨਗੇ। ਸਾਡੀ ਆਰਥਿਕਤਾ ਦੀ ਲੜਾਈ ਆ ਜਿਹੜੀ ਵੱਖਰੀ ਆ। ਅਸੀਂ ਪੂਰੇ ਭਾਰਤ ਦੇ ਲੋਕਾਂ ਨੂੰ ਲੈ ਕੇ ਜਿਹੜੀ ਭਾਰਤ ਨੂੰ ਗੈਰ 'ਚੋਂ ਕੱਢਣ ਤੱਕ ਦੀ ਲੜਾਈ ਲੜਨੀ ਆ, ਉਹਦੇ ਵਿੱਚ ਜਿਹੜੀ ਉਹ ਗੈਰ ਰਾਜਨੀਤਿਕ ਹੋਊਗੀ। ਤੁਹਾਨੂੰ ਕੀ ਲੱਗਦਾ ਵੀ ਤੁਸੀਂ ਇੱਕ ਪਾਰਟੀ ਦੇ ਜ਼ਿਲ੍ਹੇ ਦੇ ਜਨਰਲ ਸਕੱਤਰ ਹੋ, ਜੋਗਿੰਦਰ ਸਿੰਘ ਗਰਾਹਾਂ ਇੱਕ ਜਥੇਬੰਦੀ ਦੇ ਪ੍ਰਧਾਨ ਨੇ, ਇੱਕ ਉਹਨਾਂ ਜਥੇਬੰਦੀ ਵੀ ਕਿਹਾ ਜਾਂਦਾ ਕਿ ਬਹੁਤ ਵੱਡੀ ਜਥੇਬੰਦੀ ਹੈ, ਉਹਨਾਂ ਨੂੰ ਸਟੇਜ ਤੋਂ ਤੁਹਾਡੇ ਭਾਸ਼ਣ 'ਤੇ, ਕਿਉਂਕਿ ਬਹੁਤੇ ਲੋਕਾਂ ਨੂੰ ਤਾਂ ਹੁਣ ਤੱਕ ਇਹ ਰਿਹਾ ਕਿ ਇਹ ਕਿਸ 'ਤੇ ਬੋਲ ਗਿਆ, ਪਿੱਤਲ ਕੌਣ ਭਰਨਾ ਚਾਹੁੰਦਾ ਵੀ ਐਡੇ ਤੁਹਾਡੇ ਭਾਸ਼ਣ 'ਤੇ ਐਡਾ ਬੋਲਣਾ? ਕੀ ਲੱਗਦਾ ਤੁਹਾਨੂੰ ਵੀ ਕਿਉਂ ਬੋਲਣਾ ਪਿਆ? ਜੇ ਮੈਂ ਕਹਾਂ ਤਾਂ ਜਦੋਂ ਕੋਈ ਵਾਹਿਗੁਰੂ ਕਲਾ ਵਰਤਾਉਂਦਾ ਹੈ ਉਦੋਂ ਫਿਰ ਵੱਡਿਆਂ ਦੀ ਮੱਤ ਮਾਰ ਦਿੰਦਾ ਹੈ। ਅਤੇ ਜਿਹੜੇ ਬਾਬੇ ਨਾਨਕ ਦੇ ਫਲਸਫੇ ਦਾ ਵਿਰੋਧ ਕਰਦੇ ਆ ਉਹਨਾਂ ਨੂੰ ਫਿਰ ਪਰਮਾਤਮਾ ਲੱਤ ਨਹੀਂ ਮਾਰਦਾ, ਉਹਨਾਂ ਦੀ ਮੱਤ ਮਾਰਦਾ। ਜੋਗਿੰਦਰ ਸਿੰਘ ਅਗਰਾਹਾ ਦੀ ਮੱਤ ਮਾਰੀ, ਮੈਂ ਕਹਿੰਦਾ ਉਹਨੇ ਵੱਖੀ 'ਚ ਪਿੱਤਲ ਨਹੀਂ, ਉਹਨੇ ਆਪਦੇ ਦਿਮਾਗ 'ਚ ਪਿੱਤਲ ਭਰ ਲਿਆ ਵੀ ਨਵੀਂ ਚੱਲੀ ਜਿਹੜੀ ਮੂਵਮੈਂਟ ਸੀ ਸਿੱਖਾਂ ਦੀ, ਜਿਹੜੀ ਨਸ਼ੇ ਨੂੰ ਖਤਮ ਕਰਨ ਦੀ ਗੱਲ ਕਰਦੀ ਆ, ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜਨ ਦੀ ਗੱਲ ਕਰਦੀ ਆ। ਪਹਿਲੇ ਇਕੱਠ ਨੇ ਜਿਹੜੇ ਨੌਜਵਾਨਾਂ ਦੇ ਨੇ ਉਹਦੇ 'ਚ 1000 ਜਿਹੜੇ ਨੌਜਵਾਨ ਸੀ ਉਹਨਾਂ ਨੇ ਅੰਮ੍ਰਿਤਪਾਨ ਕਰ ਲਿਆ। ਜਿੱਥੇ ਅਸੀਂ ਹਰ ਰੋਜ਼ ਅੱਜ ਜਿਹੜੇ ਨਸ਼ੇ ਨਾਲ ਮਰ ਰਹੇ ਆ ਨੌਜਵਾਨ, ਉਹਨਾਂ ਦੀ ਅਰਥੀਆਂ ਚੱਕ ਰਹੇ ਆ, ਬੱਚੇ ਰੋ ਰਹੇ ਆ, ਵਿਧਵਾ ਰੋ ਰਹੀਆਂ, ਮਾਵਾਂ ਕਲਪ ਰਹੀਆਂ, ਅਤੇ ਕਿਸਾਨ ਨਿੱਤ ਖੁਦਕੁਸ਼ੀਆਂ ਕਰ ਰਹੇ ਆ। ਇਹ ਖੁਦਕੁਸ਼ੀਆਂ 'ਚੋਂ ਬਚਣ ਵਾਸਤੇ, ਨਸ਼ੇ ਦੀ ਮਾਰ 'ਚੋਂ ਪੰਜਾਬ ਨੂੰ ਕੱਢਣ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਜੇ ਲੋਕਾਂ ਨੂੰ ਬਾਬੇ ਨਾਨਕ ਦੇ ਫਲਸਫੇ ਨਾਲ ਜੋੜਿਆ ਜਾਵੇ। ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ। ਸਤਿ ਸ਼੍ਰੀ ਅਕਾਲ। ਤਾਂ ਗੱਲਬਾਤ ਕੀਤੀ, ਨਿਰਮਲ ਸਿੰਘ ਜੀ ਸਾਡੇ ਨਾਲ ਸਨ। ਉਹਨਾਂ ਦਾ ਕਹਿਣਾ ਕਿ ਪਿੱਤਲ ਭਰਨ ਦੀ ਗੱਲ ਤਾਂ ਉਦੋਂ ਆਈ ਜੇ ਜਦ ਸਾਡੀਆਂ ਜ਼ਮੀਨਾਂ 'ਤੇ ਗੱਲ ਆਈ। ਉਹ ਕਹਿੰਦੇ ਇੱਕ ਪਾਸੇ ਰਾਈਟ ਜਿਹੜੇ ਕਾਰਪੋਰੇਟ ਹੈ ਉਹ ਸਾਡੀਆਂ ਜ਼ਮੀਨਾਂ ਦੱਬਣ ਨੂੰ ਫਿਰਦੇ ਆ, ਦੂਜੇ ਪਾਸੇ ਲੈਫਟ ਸਾਡੇ ਕਿਸਾਨਾਂ ਤੋਂ ਜ਼ਮੀਨਾਂ ਖੋਹ ਕਹਿੰਦੇ ਬਰਾਬਰਤਾ ਦੀ ਵੰਡ ਕਰ ਦਿਓ। ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਤਾਂ ਪਹਿਲਾਂ ਹੀ ਜ਼ਮੀਨਾਂ ਨਹੀਂ, ਜੇਕਰ ਫਿਰ ਵੀ ਕੋਈ ਸਾਡੀਆਂ ਜ਼ਮੀਨਾਂ 'ਤੇ ਜਿਹੜੀ ਅੱਖ ਰੱਖੂਗਾ, ਭਾਵੇਂ ਉਹ ਜੋਗਿੰਦਰ ਸਿੰਘ ਗਰਾਹਾਂ ਹੋਵੇ, ਭਾਵੇਂ ਝੰਡਾ ਸਿੰਘ ਜੇਠੂ ਕੀ ਹੋਵੇ, ਭਾਵੇਂ ਇਹਨਾਂ ਤੋਂ ਬਿਨਾਂ ਹੋਰ ਕੋਈ ਨਕਸਲਾਈਟ ਜਾਂ ਜਿਹੜੀ ਹੈ ਖੱਬੇ ਪੱਖੀ ਮੂਵਮੈਂਟ ਦਾ ਲੀਡਰ ਹੋਵੇ, ਅਸੀਂ ਫਿਰ ਪਿੱਤਲ ਭਰਾਂਗੇ। ਅਸੀਂ ਫਿਰ ਉਹਦਾ ਜਵਾਬ ਗੁਰੂ ਨਾਨਕ ਦੇ ਫਲਸਫੇ ਅਤੇ ਆਪਦੇ ਸਿੱਖੀ ਸਿਧਾਂਤਾਂ ਦੇ
ਫਲਸਫੇ ਤੇ ਦੇਵਾਂਗੇ। ਤਾਂ ਅਸੀਂ ਇਹਨਾਂ ਨੂੰ ਸਾਹਮਣੇ ਲੈ ਕੇ ਆਉਣਾ ਇਸ ਲਈ ਜ਼ਰੂਰੀ ਸਮਝਿਆ ਕਿ ਬੜੇ ਲੋਕਾਂ ਦੇ ਮਨ ਦੇ ਵਿੱਚ ਸੀ ਕਿ ਉਹ ਕੌਣ ਸ਼ਖਸ ਹੈ ਜਿਹਨੇ ਜੋਗਿੰਦਰ ਸਿੰਘ ਗਰਾਹਾਂ ਦੇ ਪਿੱਤਲ ਭਰਨ ਦੀ ਗੱਲ ਕੀਤੀ ਹੈ। ਕੈਮਰਾ ਪਰਸਨ ਹਿਮਤਾਜ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਆਵਾਜ਼ ਟੀਵੀ।